ਪਾਵੇਂ ਮਾਨ। ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਉਹਨਾਂ ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ ਵੀ ਇਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ। ਤੋ ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਅਤੇ ਬਾਬਾ ਬੁੱਢਨ ਸ਼ਾਹ ਜੀ, ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ। ਗੱਲ ਕੀ? ਮਨ ਜਿਹੜਾ ਗ੍ਰਹਿਣ ਸ਼ਕਤੀ ਵਾਲਾ ਹੈ ਸੋ ਚਾਹੁੰਦਾ ਹੈ ਲਵਾਂ, ਪਰ ਉਸ ਵਿਸਮਾਦ ਦਾ ਅਸਰ ਪਿਆ। ਪ੍ਰਤੀਤ ਘੱਟ ਦਿੰਦਾ ਹੈ। ਜੋ ਮਨ ਤਿਆਗ ਸ਼ਕਤੀ ਵਾਲਾ ਹੈ ਉਸ ਪਰ ਵਿਸ਼ੇਸ਼ ਅਸਰ ਪੈਂਦਾ ਹੈ ਅਤੇ ਪ੍ਰਤੀਤ ਦਿੰਦਾ ਹੈ। ਬਾਬਾ ਬੁੱਢਨ ਸ਼ਾਹ ਜੀ ਨੇ ਕਿਹਾ, ਸਾਹਿਬਜ਼ਾਦੇ ਗੱਲ ਹੈ ਠੀਕ। ਇੱਥੇ ਇੱਕ ਪਹਾੜਨ ਕੁੜੀ ਭੋਲੀ ਭਾਲੀ ਆਇਆ ਕਰਦੀ ਸੀ। ਕਦੇ ਕਦੇ ਮੈਨੂੰ ਕੁਛ ਫਲ ਫੁੱਲ ਦੇ ਜਾਇਆ ਕਰਦੀ ਸੀ, ਕਦੇ ਮੇਰਾ ਚੋਲਾ ਧੋ ਕੇ ਦੇ ਜਾਇਆ ਕਰਦੀ ਸੀ। ਮੈਂ ਹਠੀਆਂ ਤਪੀਆ ਸਾਂ ਪਰ ਸੁਖੀ ਨਹੀਂ ਸਾਂ। ਉਹ ਕੁੜੀ ਸੁਖੀ ਸੀ, ਆਤਮ ਰਸ ਦੀ ਲਖਤਾ ਰੱਖਦੀ ਸੀ, ਪਰ ਮੈਂ ਨਾ ਪਛਾਣ ਸਕਿਆ। ਉਸ ਦੇ ਇਸ ਭੇਤ ਦਾ ਜਿਸ ਦਿਨ ਮੈਨੂੰ ਗੁਰੂ ਬਾਬੇ ਦੇ ਦਰਸ਼ਨ ਹੋਏ ਪਤਾ ਲੱਗਾ ਕਿ ਇਹ ਤਾਂ ਗੂੜ ਆਤਮ ਅਵਸਥਾ ਵਿੱਚ ਹੈ ਔਰ ਗੁਰੂ ਬਾਬੇ ਜੀ ਦੀ ਮਿਹਰ ਨਾਲ ਉੱਚੀ ਹੋਈ ਹੈ। ਪਰ ਇੱਕ ਗੱਲ ਹੋਰ ਹੈ, ਜੋ ਸੁੱਖ ਇਸ ਵਿੱਚ ਮੈਂ ਤਦੋਂ ਡਿੱਠਾ ਉਹ ਹੋਰ ਤਰ੍ਹਾਂ ਦਾ ਸੀ। ਕੁਦਰਤ ਦੇ ਚਮਤਕਾਰ ਦੇਖ ਕੇ ਮੈਨੂੰ ਕੁਛ ਵਿਸਮਾਦ ਹੋਇਆ ਸੀ, ਪਰ ਉਹ ਛਿਨ ਦੇ ਕਰੋੜਵੇਂ ਹਿੱਸੇ ਵਿੱਚ ਲੰਘ ਜਾਇਆ ਕਰਦੀ ਸੀ। ਪਰ ਜੋ ਵਿਸਮਾਦ ਮੈਂ ਉਸ ਕੁੜੀ ਵਿੱਚ ਤੱਕਿਆ ਸੀ ਉਹ ਬੜੇ ਗੂੜ੍ਹੇ ਰੰਗ ਦਾ ਔਰ ਲਗਾਤਾਰ ਜਾਪਦਾ ਸੀ। ਬਾਬਾ ਗੁਰਦਿੱਤਾ ਜੀ ਨੇ ਪੁੱਛਿਆ, ਸਾਈਂ ਜੀ ਉਹ ਗੂੜ੍ਹੇ ਰੰਗ ਦਾ ਵਿਸਮਾਦ ਤੁਸਾਂ ਤਦੋਂ ਡਿੱਠਾ ਜਦੋਂ ਗੁਰੂ ਬਾਬੇ ਦੇ ਦਰਸ਼ਨ ਪਾਏ, ਠੀਕ ਹੈ? ਅਤੇ ਬੁੱਢਨ ਸ਼ਾਹ ਨੇ ਕਿਹਾ, ਜੀ ਠੀਕ ਹੈ, ਪਰ ਇਹ ਵੱਡਾ ਅਤੇ ਉੱਚਾ ਸੀ। ਬਾਬਾ ਗੁਰਦਿੱਤਾ ਜੀ ਨੇ ਕਿਹਾ, ਬਾਬਾ ਜੀ ਜੋ ਆਮ ਸੁੰਦਰਤਾ ਦੇ ਲਿਸ਼ਕਾਰੇ ਝਲ ਕੇ ਮਾਰਦੇ ਹਨ ਉਹਨਾਂ ਲਈ ਅਸੀਂ ਤਿਆਰ ਨਹੀਂ ਹੁੰਦੇ। ਅਸੀਂ ਉਹਨਾਂ ਨੂੰ ਗਿਣਤੀਆਂ ਵਿੱਚ ਅਤੇ ਨਾ ਗੋਲਣ ਵਿੱਚ ਸੱਟਦੇ ਹਾਂ। ਸਾਨੂੰ ਪਤਾ ਨਹੀਂ ਕਿ ਇਸ ਕੱਖ ਦੇ ਓਹਲੇ ਲੱਖ ਧਰਿਆ ਹੈ। ਜਿਹੜਾ ਗੁਰੂ ਨਾਨਕ ਦੇ ਦਰਸ਼ਨ ਦਾ ਵਿਸਮਾਦ ਸੀ ਉਹ ਇਉਂ ਵੱਡਾ ਅਤੇ ਉੱਚਾ ਹੈ ਕਿ ਗੁਰੂ ਨਾਨਕ ਦੀ ਆਤਮ ਸੁੰਦਰਤਾ ਦੇ ਖਜ਼ਾਨੇ ਨਾਲ 8 ਪਹਿਰ ਭੇਦ ਰਹਿਣ ਕਰਕੇ, ਦਿਨ ਰਾਤ ਆਪਣੇ ਸੁੰਦਰ ਪ੍ਰੀਤਮ ਨਾਲ ਲੇਵ ਲੀਨ ਰਹਿਣ ਕਰਕੇ ਸੁੰਦਰਤਾ ਦੀ ਅਵਧੀ ਨੂੰ ਪਹੁੰਚੀ ਹੋਈ ਹੈ। ਜਦੋਂ ਇਹ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਤਾਂ ਇਸ ਤਰ੍ਹਾਂ ਦਾ ਡੂੰਘਾ ਅਸਰ ਕਰਦੀ ਹੈ ਕਿ ਦੇਖਣ ਵਾਲੇ ਦਾ ਮਨ ਆਪਣੇ ਜਿਹਾ ਕਰ ਲੈਂਦੀ ਹੈ। ਬਿਸਮਾਦ ਨੂੰ ਐਉਂ ਦੱਸਦੇ ਹਨ, ਮਾਈਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਇਸ ਦਰਸ਼ਨ ਨਾਲ ਕਹਿੰਦੇ ਹਨ ਕੈਵਲ ਪਦ, ਮੁਕਤ ਪਦ ਪ੍ਰਾਪਤ ਹੁੰਦਾ ਹੈ। ਇਹਨਾਂ ਆਤਮ ਦਰਸ਼ਨਾਂ ਦੀ ਮਹਿਮਾ ਇਉਂ ਦੱਸੀ ਹੈ, ਦਰਸ਼ਨ ਦੇਖ ਪਈ ਨੇਹ ਕੇਵਲ, ਜਨਮ ਮਰਨ ਦੁਖ ਨਾਸਾ। ਗੁਰੂ ਨਾਨਕ ਦੇਵ ਜੀ ਦੀ ਆਤਮਾ ਸੁੰਦਰਤਾ ਦਾ ਪੁੰਜ ਹੈ। ਜਦ ਉਹ ਪਿਆਰ ਨਾਲ ਕਿਸੇ ਵੱਲ ਤੱਕਦੇ ਹਨ ਤਾਂ ਉਹਨਾਂ ਦੀ ਆਤਮ ਸੁੰਦਰਤਾ ਅਗਲੇ ਨੂੰ ਬਿਸਮਾਦ ਕਰਦੀ ਹੈ। ਉਸ ਬਿਸਮਾਦ ਵਿੱਚ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਇਹ ਹਾਲ ਹੁੰਦਾ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ। ਧੀਰਜ ਕੋ ਧੀਰਜ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦ ਪੁੱਤ ਪਰਮਦ ਪੁੱਤ ਬਿਸ ਮੈਂ ਬਿਸਮ, ਅਸ ਚਰਜੈ ਅਸ ਚਰਜ ਅਤ ਅਤ ਹੈ।
ਬੁੱਢਨ ਸ਼ਾਹ ਨੇ ਕਿਹਾ ਜੀ ਠੀਕ ਹੈ, ਪਰ ਸਤਿਗੁਰੂ ਨਾਨਕ ਨੂੰ ਵਿਸਮਾਦ ਪਾਉਣ ਵਿਸਮਾਦ ਪਾਣੀ। ਇਹ ਸ੍ਰੀ ਗੁਰੂ ਨਾਨਕ ਸਾਹਿਬ ਨੇ ਹਰ ਸ਼ੈ ਵਿੱਚ ਵਿਸਮਾਦ ਦੀਦਾ ਹੈ। ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿਉਂਕਿ ਉਹਨਾਂ ਦੇ ਮਨ ਵਿੱਚ ਵੈਰ, ਉਹਨਾਂ ਦੇ ਮਨ ਵਿੱਚ ਕਿਸੇ ਵਾਸਤੇ ਕੋਈ ਵੈਰ ਨਹੀਂ, ਉਹ ਤੇ ਸਾਰਿਆਂ ਦੇ ਪਿਆਰੇ ਨੇ, ਤਾਂ ਕਰਕੇ ਉਹਨਾਂ ਨੂੰ ਸਾਰੇ ਪਾਸੇ ਵਿਸਮਾਦ ਹੀ ਵਿਸਮਾਦ ਦਿਖਾਈ ਦਿੰਦਾ ਹੈ। ਉਹਨਾਂ ਦੇ ਮਨ ਵਿੱਚ ਵੈਰ ਭਉ ਤ੍ਰਿਸ਼ਨਾ ਨਹੀਂ ਸਨ। ਉਹਨਾਂ ਦਾ ਮਨ ਪਰਮੇਸ਼ਰ ਦੇ ਪਿਆਰ ਵਿੱਚ ਲੇਵਲੀਨ ਸੀ। ਉਹ ਵਾਹਿਗੁਰੂ ਦੀ ਸੁੰਦਰਤਾ ਵਿੱਚ ਸਦਾ ਰਸ ਲੀਨ ਸੀ। ਇਸ ਕਰਕੇ ਹਰ ਨਿੱਕੀ ਤੋਂ ਨਿੱਕੀ ਸੁੰਦਰਤਾ ਉਹਨਾਂ ਲਈ ਵਿਸਮਾਦ ਭਾਵ ਉਤਪੰਨ ਕਰ ਰਹੀ ਸੀ। ਤੁਸੀਂ ਦੇਖੋ, ਕੁਦਰਤ ਦੇ ਚਮਤਕਾਰ ਤੱਕ ਕਿ ਉਹ ਵਿਸਮਾਦ ਹੁੰਦੇ ਹਨ। ਫਿਰ ਇਹ ਵਿਸਮਾਦ ਉਹਨਾਂ ਨੂੰ ਅਚਰਜ ਰੂਪ ਹੋ ਦਿਸਦਾ ਹੈ। ਕਦੇ ਤਾਂ ਐਉਂ ਵਿਸਮਾਦ ਹੁੰਦੇ ਹਨ ਮਨ ਨੂੰ ਅੱਖਾਂ ਨਾਲ ਸੁੰਦਰਤਾ ਤੱਕੀ ਹੈ। ਕਦੀ ਇਹਨਾਂ ਕੁਦਰਤੀ ਪਦਾਰਥਾਂ ਵਿੱਚੋਂ ਉਹਨਾਂ ਨੂੰ ਪਰਮੇਸ਼ਰ ਦੀ ਲਾਹੀ ਧੁਨ ਸੁਣਾਈ ਦਿੰਦੀ ਹੈ। ਸੋਦਰ ਵਿੱਚ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦਾ ਕੀਰਤਨ ਕਰ ਰਹੇ ਸੁਣਦੇ ਹਨ। ਕੀਰਤਨ ਸੰਗੀਤ ਵੀ ਇੱਕ ਸੁੰਦਰਤਾ ਹੈ ਜਿਸ ਦਾ ਅਨੁਭਵ ਕੰਨਾਂ ਦੁਆਰਾ ਹੁੰਦਾ ਹੈ। ਕਿਤੇ ਗੁਰੂ ਬਾਬੇ ਜੀ ਨੂੰ ਕੁਦਰਤ ਦੇ ਨਜ਼ਾਰੇ ਨਾਲੇ ਅੱਖਾਂ ਨਾਲ ਨਾਲੇ ਕੰਨਾਂ ਨਾਲ ਵਿਸਮਾਦ ਦੇ ਰਹੇ ਹਨ ਕਿ ਆਰਤੀ ਦਾ ਸਾਜ਼ ਸਜਿਆ ਦਿਸਦਾ ਹੈ, ਨਾਲੇ ਆਰਤੀ ਦਾ ਗਾਇਨ ਅਤੇ ਕੀਰਤਨ ਸੁਣਾਈ ਦੇ ਰਿਹਾ ਹੈ। ਜੋ ਗਗਨ ਰਵ ਚੰਦ ਤਾਰੇ, ਇਹ ਸਾਧ ਸੰਗਤ ਜੀ ਸੋਲਾ ਸਾਹਿਬ ਵਾਲਾ ਸ਼ਬਦ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਜੋ ਗਗਨ ਰਵ ਚੰਦ ਤਾਰੇ ਮਲਿਆਨ ਪੌਣ ਬਨਸਪਤੀ ਸਾਨੂੰ ਵਸਤਾਂ ਦਿਸਦੇ ਹਨ, ਗੁਰੂ ਬਾਬੇ ਨੂੰ ਆਰਤੀ ਕਰ ਰਹੇ, ਆਰਤੀ ਗਾ ਰਹੇ ਦਿਸਦੇ ਹਨ ਅਰ ਵਿਸਮਾਦ ਕਰ ਰਹੇ ਹਨ। ਗੱਲ ਕੀ, ਉਹਨਾਂ ਦੀ ਲੇਵਲੀਨ ਆਤਮਾ ਨੂੰ ਹਰ ਪਾਸਿਓਂ ਨਿੱਕੇ ਤੋਂ ਨਿੱਕੇ ਅਤੇ ਵੱਡੇ ਤੋਂ ਵੱਡੇ ਕੁਦਰਤੀ ਚਮਤਕਾਰ ਤੋਂ ਵਿਸਮਾਦ ਦੀ ਵਰਖਾ ਹੋ ਰਹੀ ਦਿਸਦੀ ਹੈ। ਗੁਰੂ ਆਪਣੇ ਆਤਮਾ ਦੇ ਝਲਕਾਰੇ ਨਾਲ ਆਪਣੇ ਦਰਸ਼ਨ ਕਰਨਹਾਰਿਆਂ ਵਿੱਚ ਇਹ ਰਸ ਪਾਉਂਦਾ ਹੈ। ਬੁੱਢਨ ਸ਼ਾਹ ਨੇ ਕਿਹਾ ਫਿਰ ਇਹ ਇੱਕ ਦਾਤ ਹੈ, ਨਿਰੋਲ ਦਾਤ ਹੈ, ਕਿਸੇ ਸਾਧਨ ਯਤਨ ਦਾ ਫਲ ਤਾਂ ਨਹੀਂ ਨਾ, ਮੇਰੇ ਨਾਲ ਤਾਂ ਇੰਝੇ ਵਰਤਿਆ ਹੈ। ਬਾਬਾ ਗੁਰਦਿੱਤਾ ਜੀ ਨੇ ਕਿਹਾ ਜੀ ਠੀਕ ਹੈ, ਇਹ ਇਲਾਹੀ ਦਾਤ ਹੈ, ਇਹ ਨਦਰ ਹੈ ਜਿਸ ਵੱਲ ਸਤਿਗੁਰੂ ਨਾਨਕ ਨੇ ਆਪਣੇ ਪਿਆਰ ਨਾਲ ਤੱਕਿਆ, ਉਸ ਨੂੰ ਗੁਰੂ ਨਾਨਕ ਦੀ ਅੰਦਰਲੀ ਇਲਾਹੀ ਸੁੰਦਰਤਾ ਨੇ ਰੰਗ ਲਾ ਦਿੱਤਾ। ਜਿਸ ਤਰ੍ਹਾਂ ਅੱਗ ਦੀ ਲਾਟ ਪਾਸ ਆ ਕੇ ਦੀਵਿਆਂ ਨੂੰ ਬਾਲ ਦਿੰਦੀ ਹੈ, ਪਰ ਸਾਈਂ ਜੀ ਆਪਣੇ ਮਨ ਨੂੰ ਇਸ ਦੇ ਲੈਣ ਯੋਗ ਕਰਨੇ ਲਈ ਕੁਛ ਘਾਲ ਕਰਨੀ ਹੀ ਪੈਂਦੀ ਹੈ। ਘਾਲ ਦਾ ਫਲ ਇਹ ਦਾਤ ਨਹੀਂ, ਪਰ ਘਾਲ ਵਾਲੇ ਪਰ ਜੇ ਇਹ ਨਦਰ ਪਏ ਤਾਂ ਆਪਣੇ ਵਰਗਾ ਕਰ ਲੈਂਦੀ ਹੈ। ਬੁੱਢਨ ਸ਼ਾਹ ਨੇ ਪੁੱਛਿਆ ਜੀ ਘਾਲ ਕੀ ਹੈ? ਤੇ ਬਾਬਾ ਗੁਰਦਿੱਤਾ ਜੀ ਨੇ ਦੱਸਿਆ ਘਾਲ ਆਪਾ ਨਿਵਾਰਨਾ, ਮਨ ਵਿੱਚ ਤਿਆਗ ਵਸਾਣਾ, ਮਨ ਗਿਣਤੀਆਂ ਵਿੱਚ ਘੱਟ ਵਰਤੇ, ਅਰਥਾਤ ਵੈਰ ਭੈ ਖਾਹਿਸ਼ਾਂ ਲਵਾਂ ਲਵਾਂ ਇਹਨਾਂ ਨਾਲ ਨਿਉ ਤੋੜੇ, ਕੰਮ ਕਰੇ ਫਲ ਦੀ ਵਾਸ਼ਨਾ ਨਾ ਕਰੇ, ਕਿਸੇ ਆਪਣੀ ਇੱਛਾ ਦਾ ਗੁਲਾਮ ਨਾ ਬਣੇ, ਜੋ ਕੰਮ ਕਰੇ ਨਿਰਵਾਸ ਕਰੇ, ਭੈ ਨਾ ਖਾਵੇ, ਵੈਰ ਨਾ ਕਰੇ, ਮੋਹ ਵਿੱਚ ਨਾ ਫਸੇ, ਗੱਲ ਕੀ ਆਪਾ ਨਿਵਾਰੇ। ਬੁੱਢਨ ਸ਼ਾਹ ਨੇ ਕਿਹਾ ਜੀ ਇਹ ਬੜਾ ਕਠਿਨ ਹੈ, ਕੋਈ ਜੁਗਤ ਕੋਈ ਤਰੀਕਾ ਹੈ ਵੀ ਇਹ ਸਾਰੇ ਭੈੜੇ ਔਗਣ ਗਵਾ ਦਈਏ? ਤੇ ਬਾਬਾ ਗੁਰਦਿੱਤਾ ਜੀ ਨੇ ਸਮਝਾਇਆ ਹਰ ਚੜ੍ਹਾਈ ਔਖੀ ਤਾਂ ਹੁੰਦੀ ਹੈ ਪਰ ਉੱਚਿਆਂ ਲੈ ਜਾਂਦੀ ਹੈ। ਜੁਗਤ ਇਸ ਦੀ ਗੁਰੂ ਬਾਬੇ ਨੇ ਸੇਵਾ ਰੱਖੀ ਹੈ, ਨਿਰਚਾਹ ਹੋ ਕੇ ਭਲੇ ਕੰਮ ਦੇ ਕਰਨੇ,
कोई अपनी ख्वाहिश, कोई लाभ, गौं फल की आस ना रखनी ते सेवा करनी। इस तरीके नाल ये सुभाव पकदा है। तुसीं वेख्या है कि काकी आके तुहाडे चोले धो दिया करदी सी, वो निर्वास अचाह सेवा करदी सी। वो अपने मन नूं आपा निवारण सुभाव विच पकांदी सी, जां सुभाव ही आपा निवारण दा हो चुका सी, ते उस दे काम सुते सिद्ध सेवा दे सन। गुरु बाबे दे घर विच निष्काम सेवा इस रस्ते दा पहला डंडा रखिया है। सेवा भी करनी, निष्काम भी रहना। ते बाबा बुढ़न शाह ने कहा, इस तरह का मन तैयार रहू कि जे कोई नदर दा झलका वजे तां सफल होवे, पर कोई होर उपराला भी है जिस नाल अपना सुभाव सुंदरता दी कदर पाण वाला हो जावे। ऐं हो जावे कि झलके दे असर नाल सुभाव बनन लग जावे। असी सुंदरता दा आप बूहा खड़काइए ते तैयार होइए। बाबा गुरदित्ता जी ने कहा, जी हाँ। इसलिए गुरु बाबे ने कीर्तन दसिया है। संगीत जां राग एक ऐसी सुंदरता है जिसका असर सब उपर पैंदा है। रागां विचों सुंदरता ऐसा बेमलूमा असर करती है कि मन मगनता वाल रुख करता है। राग गाउणा मानो सुंदरता नूं आप हिलोरे विच लियाउणा है। दूसरे जस करना, गुण गाउने जां सिफत सलाह करनी, इस नाल अंदर कदर करन दा सुभाव वधदा। सिफत करन वाला सुते ही आपा निवार रहा है ते वैगुरू दियां सुंदरताइयां अते गुणां दी कदर पा रहा है। जद किसे नूं चंगा कहीदा है तां उस विच आपा सुते ही निवारीदा है। इसलिए बाणी पढ़ी दी है। जद साईं दी सिफत सलाह करीदी है तां मन उस दे गुणां दी मगनताई वल जांदा है ते आपे नूं भुलदा है ते मन दी मैल हों उतरदी है। गुण गावत तेरी उतरस मैल, सुखमनी साहब च आया है। गुण गावत तेरी उतरस मैल, बिन सजाए हों मैं बिख फैल। हुण जदों राग ते सिफत सलाह इकट्ठे कर लईए तां दो असर जबरदस्त हो के मन पर पैंदे हन। राग ते सिफत सलाह नूं कीरतन आखदे हन। कीरतन दा असर मन तो हों दी मैल कढदा है। मन विच आपा निवारण दा असर सुते ही आ जांदा है। मन नूं वैगुरू दे गुणां सुंदरताइयां दी कदर ते उस विच मोहत होण दा भाव उत्पन्न करदा है। सुंदरताई नूं आप सददा है ते उस दे आदर लई तैयार हुंदा है। इसे करके गुरु बाबे ने कहा है, जिसनूं बख्शे सिफत साला नानक पातशाही पातशाह। ये सिफत सलाह दी दात है जिहदे उत्ते वैगुरू जी तुर उठण ओनूं दिंदे ने। बाबा बुढ़न शाह ने कहा, गुरु बाबा धन गुरु बाबा है, आपे ये रंग बख्श गया ते ये प्रेम रंग आपे पे असर करते रहे। धन गुरु नानक निरंकारी साहिबजादे जी सेवा निष्काम सेवा नाल कीर्तन नाल मन तैयार होया। हों निवारी कदर आई, विसमाद लई राह खुला। विसमाद दे असर पैण लगे, पर दुख ये रह जाता है कि ये कदे कदे झल के वजदे हन। पए बेनतियां करिंदियां हन, कह रविदास आस लग जीवों, चिर पयो दर्शन देखे। कोई ऐसी मेहर नहीं कि लगातार रंग लगे। साहिबजादे जी ने कहा, क्यों नहीं? गुरु बाबे ने जो आप नूं कहा सी, बैठो मन सतनाम परोए। ये सतनाम नाल मन दा परोना, नाम जपना, सिमरन करना जां प्रीतम दी याद विच वसना,
ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿੱਚ ਹਰਦਮ ਪ੍ਰਤੀਤ ਕਰਨਾ, ਇਹ ਹੈ ਸਿਮਰਨ ਕਰਨਾ। ਇਸ ਦਾ ਭਾਵ ਇਹ ਹੈ ਕਿ ਲਗਾਤਾਰ ਸੁੱਖ ਬੱਝੇ। ਸਿਮਰਨ ਨਾਲ ਉਹ ਭੁੱਲ ਜੋ ਸਾਡੇ ਤੇ ਸਾਡੇ ਸੁੰਦਰ ਵਾਹਿਗੁਰੂ ਦੇ ਵਿਚਕਾਰ ਹਾਇਲ ਹੈ, ਦੂਰ ਹੁੰਦੀ ਹੈ। ਜਦ ਲਗਾਤਾਰ ਯਾਦ ਰਹੀ, ਲਗਾਤਾਰ ਹਜ਼ੂਰੀ ਰਹੀ, ਲਗਾਤਾਰ ਅਸੀਂ ਸੁੰਦਰ ਪ੍ਰੀਤਮ ਦੇ ਨਾਲ ਰਹੇ, ਤਦ ਸਮਝੋ ਕਿ ਵਿਥ ਗਈ। ਜਦੋਂ ਆਪਾਂ ਨਿਵਰ ਜਾਵੇ, ਸਿਫਤ ਸਲਾਹ ਵਸ ਜਾਵੇ, ਧਿਆਨ ਮਾਲਕ ਦੀ ਹਜ਼ੂਰੀ ਵਿੱਚ ਵਸ ਨਿਕਲੇ, ਫਿਰ ਰਸ ਆਪ ਤੋਂ ਆਪ ਲਗਾਤਾਰ ਹੁੰਦਾ ਹੁੰਦਾ ਲਗਾਤਾਰ ਹੋ ਜਾਂਦਾ ਹੈ। ਇਸ ਲਗਾਤਾਰ ਪ੍ਰਵਾਹ ਦਾ ਨਾਮ ਲਿਵ ਹੈ। ਲਿਵ ਲੱਗੀ ਰਹੇ, ਫਿਰ ਅੰਦਰਲਾ ਆਤਮਾ ਹੋਂ ਦੇ ਬੰਧਨਾਂ ਤੋਂ ਛੁੱਟ ਗਿਆ। ਆਪਾਂ ਸੁੰਦਰ ਤੇ ਸੁੰਦਰਤਾ ਦੇ ਘਰ ਵਾਹਿਗੁਰੂ ਨਾਲ ਸੁਰ ਹੋ ਗਿਆ, ਸਹਿਜ ਪਦ ਵਿੱਚ ਆ ਗਿਆ। ਫਿਰ ਵਿਸਮਾਦ ਹੀ ਵਿਸਮਾਦ, ਉਹ ਰੰਗ ਹੈ, ਉਹ ਸਵਾਦ ਹੈ, ਉਹ ਰਸ ਹੈ, ਉਹ ਆਨੰਦ ਹੈ, ਉਹ ਵਿਨੋਦ ਹੈ, ਉਹ ਮੰਗਲ ਹੈ, ਜੋ ਸਭ ਤਰ੍ਹਾਂ ਅਕਹਿ ਹੈ। ਉੱਥੇ ਮਨ ਦੀ ਗਮਤਾ ਨਹੀਂ ਜੋ ਵਰਣਨ ਕਰੇ, ਉੱਥੇ ਚੰਨ ਸੂਰਜ ਨਹੀਂ ਜੋ ਚਾਨਣਾ ਪਾਣ, ਉੱਥੇ ਵਿਥ ਪੁਲਾੜ ਨਹੀਂ ਕਿ ਤੁਸੀਂ ਉਸ ਦਾ ਰੂਪ ਲਖੋ, ਉੱਥੇ ਸਮਾਂ ਨਹੀਂ ਕਿ ਤੁਸੀਂ ਉਸ ਦਾ ਆਦ ਅੰਤ ਜਾਣ ਸਕੋ, ਉੱਥੇ ਕੋਈ ਹੇਤੂ ਨਹੀਂ, ਕੋਈ ਨਿਮਿਤ ਨਹੀਂ ਕਿ ਤੁਸੀਂ ਕੋਈ ਫਲ ਸਿੱਟੇ ਕਾਰਨ ਤੱਕ ਸਕੋ, ਉੱਥੇ ਦੂਜਾ ਨਹੀਂ ਜੋ ਤੁਸੀਂ ਕੁਛ ਪ੍ਰਤੀਤ ਕਰ ਸਕੋ। ਮਨ ਦੀ ਸਮਝ ਤੋਂ ਪਰੇ ਅਗੰਮ ਅਗੋਚਰ ਹੈ। ਉਸ ਸੁੱਖ ਤੇ ਰਸ ਦਾ ਜੋ ਮਿਸ਼ਰੀ ਦੀ ਡਲੀ ਵਾਂਗੂ ਸਾਰਾ ਮਿੱਠਾ ਹੈ, ਰੂਪ ਕੀ ਕਿਹਾ ਜਾਵੇ? ਵਿਸਮਾਦ ਹੈ, ਅਰ ਵਿਸਮਾਦ ਹੈ, ਅਰ ਪੂਰਨ ਵਿਸਮਾਦ ਹੈ। ਬਾਬਾ ਬੁੱਢਨ ਸ਼ਾਹ ਨੇ ਕਿਹਾ, ਸਾਹਿਬਜ਼ਾਦੇ ਜੀ ਆਪ ਧੰਨ ਹੋ। ਇਸੇ ਵਿਸਮਾਦ ਸੁੱਖ ਤੋਂ ਬਿਨਾਂ, ਇਸੇ ਨਜ਼ਰ ਨਾਲ ਮਿਲੇ ਇਲਾਹੀ ਲਹਿਰੇ ਤੋਂ ਬਿਨਾਂ ਮੈਂ ਉਮਰਾਂ ਦਾ ਇੱਕ ਹਿੱਸਾ ਤਪਾਂ ਹਠਾਂ ਦੇ ਵਿੱਚ ਹੀ ਗਵਾ ਦਿੱਤਾ। ਮੈਂ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਬਤੀਤ ਕਰ ਲਿਆ। ਗੁਰੂ ਬਾਬੇ ਨੇ ਮੇਰੇ 'ਤੇ ਮਿਹਰ ਕੀਤੀ, ਮੇਰੇ ਵਿੱਚ ਰਸ ਦੀ ਝਰਨਾਟ ਛੇੜੀ, ਮੈਨੂੰ ਜੀ ਦਾਨ ਦਿੱਤਾ, ਮੇਰੇ ਅੰਦਰ ਜਿਉਂਦਾ ਕਿਣਕਾ ਇਲਾਹੀ ਰਸ ਦਾ ਪਾਇਆ। ਤਦ ਤੋਂ ਹੁਣ ਤੱਕ ਦਾ ਸਮਾਂ ਬੜੇ ਹੀ ਰੰਗ ਵਿੱਚ ਲੰਘਿਆ ਹੈ। ਸ਼ੁਕਰ ਹੈ ਕਿ ਮੈਂ ਆਤਮ ਸੁੱਖ ਪਾਇਆ। ਬਾਬਾ ਗੁਰਦਿੱਤਾ ਜੀ ਨੇ ਕਿਹਾ, ਤਪ ਹੱਠ ਬਾਬਤ ਵੀ ਠੀਕ ਖਿਆਲ ਲੋਕ ਨਹੀਂ ਕਰਦੇ। ਹੱਠ ਪਹਿਲਾ ਦਰਜਾ ਹੈ। ਜਦੋਂ ਮਨ ਨੂੰ ਮਨ ਦੇ ਲੋਭ, ਲਹਿਰ, ਆਸਾ, ਤ੍ਰਿਸ਼ਨਾ ਦੇ ਸੁਭਾਵਾਂ ਤੋਂ ਹੋੜੀਦਾ ਹੈ, ਸਤਿਗੁਰੂ ਦੀ ਬਾਣੀ ਦੇ ਬਾਣ ਮਾਰੀਦੇ ਹਨ ਤਾਂ ਹੱਠ ਕਰੀਦਾ ਹੈ। ਸਾਡਾ ਸੁਭਾਵ ਕਾਮਨਾ ਵਾਲਾ ਹੋਇਆ, ਆਦਤਾਂ ਤ੍ਰਿਸ਼ਨਾ ਦੀਆਂ ਜਨਮ ਜਨਮ ਤੋਂ ਹੋਈਆਂ, ਭੈ, ਵੈਰ, ਮੋਹ ਦੀਆਂ ਵਾਦੀਆਂ ਪੱਕੀਆਂ ਹੋ ਚੁੱਕੀਆਂ ਹੋਈਆਂ। ਇਹਨਾਂ ਨੂੰ ਜਦ ਹੋੜੀਦਾ, ਮੋੜੀਦਾ, ਤੋੜੀਦਾ ਹੈ, ਸੇਵਾ ਕਰੀਦੀ ਹੈ, ਬਾਣੀ ਪੜ੍ਹੀਦੀ ਹੈ ਤਾਂ ਹੱਠ ਧਾਰ ਕੇ ਕਰੀਦੀ ਹੈ। ਰਸ ਤਾਂ ਉਦੋਂ ਨਹੀਂ ਹੁੰਦਾ। ਭਾਵ ਬਾਬਾ ਗੁਰਦਿੱਤਾ ਜੀ ਸ਼ੁਰੂਆਤ ਦੀ ਅਵਸਥਾ ਦੱਸਦੇ ਵੀ ਉਦੋਂ ਨਹੀਂ ਵੀ ਜੀ ਕਰਦਾ ਬਾਣੀ ਪੜ੍ਹਨ ਨੂੰ, ਤਾਂ ਵੀ ਜ਼ਬਰਦਸਤੀ ਪੜ੍ਹੀ ਦੀ ਆ। ਇਸ ਨੂੰ ਹੱਠ ਕਹਿੰਦੇ ਨੇ। ਹਾਂ, ਸਰੀਰ ਨੂੰ ਕਸ਼ਟ ਦੇਣੇ ਅਤੇ ਕਸ਼ਟਾਂ ਨਾਲ ਸਮਝਣਾ ਪੁੰਨ ਇਕੱਠਾ ਹੋ ਰਿਹਾ ਹੈ, ਇਹ ਹੱਠ ਭੁੱਲ ਰੂਪ ਹੈ। ਪਰ ਮਨ ਵਿੱਚ ਉਦਮ, ਹੱਲਾ ਕਰਕੇ, ਇਸਤਕਲਾਲ ਨਾਲ ਲੱਗਣਾ ਅਤੇ ਹੱਠ ਕਰਕੇ ਪਾਪਾਂ ਦਾ ਤਿਆਗ ਕਰਨਾ, ਵਾਸ਼ਨਾ ਨੂੰ ਮੋੜਨਾ, ਮਨ ਧੌਂਦੇ ਨੂੰ ਵਰਜਣਾ, ਇਹ ਪਹਿਲਾ ਦਰਜਾ ਹੈ ਅਤੇ ਸਫਲ ਹੱਠ ਹੈ। ਫਿਰ ਕੁਛ ਮੈਲ ਘਟਦੀ ਹੈ ਤਾਂ ਉਤਸ਼ਾਹ ਹੋ ਆਉਂਦਾ ਹੈ। ਚੰਗੇ ਕੰਮਾਂ ਵਿੱਚ ਚਾਅ ਨਾਲ ਲੱਗੀਦਾ ਹੈ, ਸ਼ਾਂਤ ਕੰਮਾਂ ਵਿੱਚ ਮਨ ਲੱਗਦਾ ਹੈ, ਰਾਜ ਜੋਗ ਵਿੱਚ ਜੁੜਦਾ ਹੈ, ਇੰਦਰੇ ਵਸ ਹੁੰਦੇ ਹਨ, ਵਾਸ਼ਨਾਵਾਂ ਘਟ ਜਾਂਦੀਆਂ ਹਨ, ਮਨ ਜੁੜਦਾ ਹੈ ਅਤੇ ਸੁੱਖ ਪਾਉਂਦਾ ਹੈ। ਜਦੋਂ ਇਸ ਤੋਂ ਅੱਗੇ ਅਗੰਮ ਸੁੱਖ ਵਿੱਚ ਲਿਵ ਲੀਨ ਵਸਦਾ ਹੈ, ਜਦੋਂ ਵਾਹਿਗੁਰੂ ਵਿੱਚ ਕੁਦਰਤੀ ਆਤਮ ਰੰਗ ਦਾ ਆਨੰਦ ਲਹਿਰੇ ਲੈਂਦਾ ਹੈ, ਫਿਰ ਸਹਿਜ ਹੈ ਜੋ ਸਦਾ ਇੱਕ ਰੰਗ ਹੈ। ਪਰ ਕੀ ਕਿਹਾ ਜਾਏ? ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਇਸ ਤਰ੍ਹਾਂ ਦੇ ਬਿਲਾਸ ਕਰਕੇ
ਸਾਹਿਬਜ਼ਾਦੇ ਜੀ ਤਾਂ ਚਲੇ ਗਏ ਤੇ ਬੁੱਢਣ ਸ਼ਾਹ ਜੀ ਉੱਥੇ ਹੀ ਲਿਵਲੀਨ ਹੋ ਗਏ। ਦਿਨ ਹੁਣ ਚੋਖਾ ਹੋ ਆਇਆ ਸੀ, ਪਰ ਆਪ ਆਪਣੀ ਇਸ ਅਕੰਟਕ ਸਮਾਧੀ ਵਿੱਚ ਲੀਨ ਸੀ ਕਿ ਇੱਕ ਨੀਲਾ ਘੋੜਾ ਉੱਡਦਾ ਆ ਗਿਆ ਔਰ ਬਾਂਕਿਆਂ ਜੋੜਿਆਂ ਵਾਲੇ ਮਨ ਹਰਨ ਮਨੋਹਰ ਸ਼੍ਰੀ ਗੁਰੂ ਜੀ ਸਾਹਮਣੇ ਆ ਖੜੋਤੇ। ਸੇਲੀਆਂ ਵਾਲਾ ਗੁਰੂ ਨਾਨਕ, ਖੜਗਾਂ ਵਾਲਾ ਹਰਗੋਬਿੰਦ ਹੋ ਆਇਆ। ਬੁੱਢਣ ਸ਼ਾਹ ਸਮਾਧੀ ਵਿੱਚ ਦਰਸ਼ਨ ਵਾਸਤੇ ਪ੍ਰਾਰਥਨਾ ਕਰ ਰਿਹਾ ਹੈ ਤੇ ਦਰਸ਼ਨ ਦਾਤੇ ਸਾਹਮਣੇ ਖੜੇ ਹਨ। ਸਤਿਗੁਰੂ ਨੇ ਕਿਰਪਾ ਕਰਕੇ ਧਿਆਨ ਵਿੱਚ ਦਰਸ਼ਨ ਦਿੱਤਾ ਤਾਂ ਅੱਖ ਖੁੱਲ੍ਹੀ। ਦਰਸ਼ਨ ਅੱਖਾਂ ਵਿੱਚ ਸਮਾਇਆ, ਐਸਾ ਸਮਾਇਆ ਕਿ ਸਾਈਂ ਲੋਕ ਵਿਸਮਾਦ ਰੂਪ ਹੋ ਗਿਆ। ਸਤਿਗੁਰੂ ਨੇ ਬਹੁਤ ਪਿਆਰ ਕੀਤਾ। ਹੋਸ਼ ਵਿੱਚ ਆਂਦਾ, ਪਰ ਪਿਆਰ ਦੀ ਚਰਨਾਹਟ ਤੇ ਸਹਿਜ ਦਾ ਰਸ ਮਗਨ ਕਰ ਕਰਕੇ ਫੇਰ ਡੇਗੀ ਜਾਂਦਾ ਹੈ। ਆਤਮ ਖਿੱਚ, ਲਾਵਿਅੰਤਾ, ਸੂਰਬੀਰਤਾ, ਅਲੂਹੀਅਤਾ ਦੇ ਸੋਹਣੇ ਰੰਗ ਰੂਪ ਵਾਲੇ ਚੋਜੀ ਸਤਿਗੁਰਾਂ ਦੀ ਗੋਦ ਹੈ ਤੇ ਤਿਆਗ ਵਿਰਾਗ ਭਜਨ ਦੀ ਮੂਰਤ ਫਕੀਰ ਦਾ ਸਿਰ ਹੈ। ਇਲਾਹੀ ਪਿਆਰ, ਗੁਰਸਿੱਖੀ ਦਾ ਪ੍ਰੇਮ ਆਪਣਾ ਸੰਗਮ ਦਰਸਾ ਰਿਹਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਈਂ ਬੁੱਢਣ ਸ਼ਾਹ ਨੂੰ ਮਿਲਣ ਵਾਸਤੇ ਆਏ ਨੇ। ਕਿਤਨਾ ਕਾਲ ਇਸ ਤਰ੍ਹਾਂ ਬਤੀਤਿਆ। ਬੁੱਢਣ ਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਗੋਦ ਵਿੱਚ ਸਿਰ ਰੱਖ ਦਿੱਤਾ। ਸਤਿਗੁਰੂ ਜੀ ਨੇ ਅਸੀਸ ਦਿੱਤੀ ਤੇ ਆਖਿਆ, ਮੇਰਾ ਦੁੱਧ। ਪ੍ਰੇਮ ਭਰੇ ਬਿਰਧ ਨੇ ਉੱਠ ਕੇ ਬੱਕਰੀਆਂ ਦਾ ਆਪ ਦੁੱਧ ਚੋਇਆ ਤੇ ਚੋਜੀ ਸਤਿਗੁਰੂ ਨੂੰ ਪਿਲਾਇਆ। ਔਰ ਐਸਾ ਝਲਕਾ ਡਿੱਠਾ ਕਿ ਸਤਿਗੁਰ ਸੇਲੀਆਂ ਵਾਲਾ ਤੇ ਖੜਗਾਂ ਵਾਲਾ ਇੱਕੋ ਕੌਤਕ ਹਾਰ ਦੇ ਦੋ ਬਾਣੇ ਹੋ ਦਿਸੇ। ਕੋਈ ਉਹਨੂੰ ਫਰਕ ਨਾ ਲੱਗਾ ਵੀ ਗੁਰੂ, ਇਹ ਤੇ ਗੁਰੂ ਨਾਨਕ ਸਾਹਿਬ ਹੀ ਹਨ, ਬਸ ਰੂਪ ਹੀ ਵਟਾਇਆ ਹੈ। ਤਦ ਬੁੱਢਣ ਸ਼ਾਹ ਨੇ ਸਤੋਤਰ ਕਿਹਾ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਰਾਸ 8ਵੀਂ ਅੰਸੂ ਨੰਬਰ 33 ਤੇ ਪੰਨਾ ਨੰਬਰ 3439 ਦੇ ਉੱਤੇ ਇਹ ਸਤੋਤਰ ਲਿਖਿਆ ਹੈ। ਨਮੋ ਨਮੋ ਤੁਮਕੋ ਜਗ ਸੁਆਮੀ, ਨਮੋ ਨਮੋ ਪ੍ਰਭ ਅੰਤਰ ਜਾਮੀ, ਨਮੋ ਨਮੋ ਗਨ ਤੁਰਕਨ ਹਰਤਾ, ਨਮੋ ਨਮੋ ਉਜਲ ਜਸ ਕਰਤਾ। ਨਮੋ ਮਤਲਬ ਤੁਹਾਨੂੰ ਮੈਂ ਨਮਸਕਾਰ ਕਰਦਾ ਜੀ, ਬਾਰ ਨਮਸਕਾਰ ਕਰਦਾ ਹਾਂ। ਕੁਛ ਚਿਰ ਮਗਰੋਂ ਸਤਿਗੁਰੂ ਜੀ ਗੁਰਦਿੱਤਾ ਜੀ ਦੇ ਬਣਾਏ ਮੰਦਰ ਨੂੰ ਗਏ। ਕਮਰ ਕੱਸਾ ਖੋਲ੍ਹਿਆ ਤੇ ਇਸ਼ਨਾਨ ਆਦਿ ਵਿੱਚ ਲੱਗੇ ਤੇ ਗੁਰਦਿੱਤਾ ਜੀ ਨੂੰ ਫਕੀਰ ਪਾਸ ਜਾਣ ਦਾ ਹੁਕਮ ਮਿਲਿਆ। ਬਾਬਾ ਜੀ, ਬਾਬਾ ਗੁਰਦਿੱਤਾ ਜੀ ਤੇ ਬੁੱਢਣ ਸ਼ਾਹ ਜੀ ਗੁਰੂ ਜਸ ਕਰਦੇ ਰਹੇ। ਸਾਂਝ ਨੂੰ ਫਕੀਰ ਨੇ ਕਿਹਾ, ਸਾਹਿਬਜ਼ਾਦੇ ਜੀ, ਜਦ ਤੁਸੀਂ ਸਰੀਰ ਤਿਆਗੋ ਤਾਂ ਇਸੇ ਥਾਂ ਦੇਹਰਾ ਬਣੇ। ਮੁਸਕਰਾ ਕੇ ਸਾਹਿਬਜ਼ਾਦੇ ਨੇ ਕਿਹਾ, ਵਕਤ ਨੇੜੇ ਹੈ, ਸਾਡਾ ਦੇਹਰਾ ਇੱਥੇ ਹੀ ਬਣ ਸੀ, ਪਰ ਇੱਥੇ ਅਜੇ ਬਾਬੇ ਨਾਨਕ ਨੇ 10ਵੇਂ ਜਾਮੇ ਵਿੱਚ ਫੇਰਾ ਪਾਉਣਾ ਹੈ, ਪੰਥ ਸਾਜਣਾ ਹੈ ਤੇ ਇਹ ਸਾਹਮਣੇ ਸਾਰੇ ਪਹਾੜਾਂ ਵਿੱਚ ਆਨੰਦ ਖੇਡਣਾ ਹੈ। ਇਹ ਸੁਣ ਕੇ ਬੁੱਢਣ ਸ਼ਾਹ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਿਹਾ ਤੇ ਲੇਟ ਗਿਆ। ਇਸ ਤਰ੍ਹਾਂ ਜਦ ਪਹਿਰ ਰਾਤ ਰਹੀ ਤਾਂ ਉੱਠੇ, ਇਸ਼ਨਾਨ ਕੀਤਾ, ਵਾਰ ਪੜ੍ਹੀ, ਜਪ ਸਾਹਿਬ ਦਾ ਪਾਠ ਕਰ ਰਹੇ ਸਨ। ਜਪ ਮਤਲਬ ਜਪਜੀ ਸਾਹਿਬ। ਕਿ ਖੜਗਾਂ ਵਾਲੇ ਗੁਰੂ ਨਾਨਕ ਦੇਵ ਜੀ ਆ ਗਏ, ਤਲਵਾਰਾਂ ਵਾਲੇ। ਫਕੀਰ ਨੇ ਉੱਠ ਕੇ ਮੱਥਾ ਟੇਕਿਆ, ਹਰ ਚਰਨਾਂ ਨੂੰ ਲਿਪਟ ਗਿਆ। ਦੇਖਤ ਬੰਦੇ ਪਦ ਅਰਬਿੰਦਾ, ਧੰਨ ਧੰਨ ਤੁਮ ਕੋ ਸੁਖ ਕੰਦਾ, ਅੰਤ ਸਮੇਂ ਮੁਝ ਦਰਸ਼ਨ ਦੀਨ, ਕਰਿਓ ਕਿਰਤਾਰਥ ਸੰਕਟਹੀਨ। ਸਤਿਗੁਰੂ ਨੇ ਫਰਮਾਇਆ,
हे ਬੁੱਢਣ ਸ਼ਾਹ, ਜੇ ਹੋਰ ਚਿਰ ਜੀਵਨ ਨੂੰ ਲੋੜੇ ਤਾਂ ਦੱਸ, ਹੋਰ ਜ਼ਿੰਦਗੀ ਚਾਹੁੰਦਾ ਹੈ, ਹੋਰ ਉਮਰ ਚਾਹੀਦੀ ਆ? ਫਕੀਰ ਨੇ ਕਿਹਾ, ਹੇ ਸੁੰਦਰਾਂ ਦੇ ਸੁੰਦਰ, ਕਲੇਜੇ ਸਮਾ ਕੇ ਫੇਰ ਨਾ ਨਿਕਲਣ ਵਾਲੇ ਮੋਹਨਾਂ ਦੇ ਮੋਹਨ ਆਪਣੀ ਰਜ਼ਾ ਵਿੱਚ ਰੱਖ, ਤੇ ਆਪਣੇ ਬਖਸ਼ੇ ਵਿਸਮਾਦ ਵਿੱਚ ਵਿਸਮਾਦ ਕਰ ਦੇ। ਆਪਣੀ ਦਿੱਤੀ ਲਿਵ ਵਿੱਚ ਲਿਵ ਲੀਨ ਰੱਖ। ਉਮਰਾਂ ਬਹੁਤ ਬੀਤੀ ਹੈ, ਹੁਣ ਚਰਨ ਸ਼ਰਨ ਵਿੱਚ ਵਾਸਾ ਦੇ। ਸੰਸਾਰ ਸਾਰਾ ਤੱਕ ਲੀਤਾ ਹੈ, ਰੱਜ ਚੁੱਕਾ ਹਾਂ ਜਿਉ ਜਿਉ ਕੇ, ਪਰ ਤੇਰਾ ਰੂਪ ਤੱਕ ਤੱਕ ਕੇ ਰੱਜ ਨਹੀਂ ਆਈ। ਹੋਰ ਤੋਂ ਹੋਰ ਤੱਕਣੇ ਨੂੰ ਜੀ ਕਰਦਾ ਹੈ, ਰੱਜਦਾ ਹਾਂ ਫਿਰ ਜੀ ਕਰਦਾ ਹੈ। ਐਸੀ ਮਿਹਰ ਕਰ ਕਿ ਇਸ ਸੁੰਦਰਤਾ ਵਿੱਚ ਸਮਾਵਾਂ। ਮੈਂ ਸੁਣਿਆ ਹੈ ਕਿ ਚੋਜੀ ਮੇਰੇ ਖੜਗਾਂ ਵਾਲੇ ਗੁਰੂ ਨਾਨਕ ਨੇ 10ਵਾਂ ਜਾਮਾ ਧਾਰਨਾ ਹੈ, ਤੇ ਬਲਬੀਰ ਅਰ ਨਾਮ ਧੀਰ ਪੰਥ ਰਚਨਾ ਹੈ। ਤਦੋਂ ਸੱਦ ਲਈ, ਭਾਵੇਂ ਹੁਣ ਰੱਖ ਲਈ, ਤੇ ਇਸ ਆਪਣੇ ਚਿੱਤ ਮੋਹ ਲੈਣ ਵਾਲੇ 10ਵੇਂ ਸਰੂਪ ਦਾ ਇੱਕ ਦਰਸ਼ਨ ਵਿਖਾ ਦੇਈ। ਤੇ ਹੁਣ ਸਰੀਰ ਜਰਜਰਾ ਹੈ, ਹੁਣ ਰਜ਼ਾ ਹੈ ਤੇਰੀ, ਪ੍ਰੀਤਮ ਪ੍ਰਾਣ ਆਧਾਰ ਜਿਵੇਂ ਰਜ਼ਾ ਹੈ। ਐਉਂ ਕਹਿੰਦਾ ਬੁੱਢਣ ਸ਼ਾਹ ਚਰਨ ਬੰਦਨਾ ਕਰਕੇ ਜੁੜ ਗਿਆ, ਔਰ ਐਉਂ ਹੋ ਗਿਆ ਮਾਨੋ ਸਰੀਰ ਵਿੱਚ ਹੈ ਨਹੀਂ। ਲਿਖਦੇ ਤੇ ਆਖਦੇ ਹਨ ਕਿ ਇਸ ਵੇਲੇ ਫਕੀਰ ਸਮਾ ਗਿਆ, ਔਰ ਸਤਿਗੁਰ ਨੇ ਹੱਥੀਂ ਸੰਸਕਾਰ ਕੀਤਾ ਤੇ ਸਮਾਧ ਬਣਾਈ। ਇਹ ਵੀ ਕਹਿੰਦੇ ਹਨ ਕਿ ਕਬਰ ਬਣਾਈ। ਇਹ ਲੋਕਾਂ ਦੀ ਜੋ ਉੱਥੇ ਗੱਲਬਾਤ ਆ, ਜਿਵੇਂ ਰਵਾਇਤ ਚੱਲਦੀ ਆ। ਪਰ ਦੂਸਰੀ ਰਵਾਇਤ ਇਹ ਹੈ ਕਿ ਜਦ ਸਤਿਗੁਰੂ ਨੇ ਕਿਹਾ ਕਿ ਹੋਰ ਜੀਣਾ ਹੈ, ਅਸਾਂ 10 ਜਾਮੇ ਧਾਰਨੇ ਹਨ, ਤਾਂ ਫਕੀਰ ਦਾ ਜੀ ਉਸ ਦਾਤੇ ਦੇ ਕਲਗੀਆਂ ਵਾਲੇ ਦੇ ਦਰਸ਼ਨ ਲਈ ਰੀਝ ਆਇਆ। ਇਸ ਰੀਝ ਵਿੱਚ ਤੇਰੀ ਰਜ਼ਾ ਤੇ ਤੇਰੀ ਰਜ਼ਾ ਕਹਿੰਦਾ ਮਸਤ ਹੋ ਗਿਆ। ਸਤਿਗੁਰੂ ਨੇ ਅਸੀਸ ਦਿੱਤੀ, ਔਰ ਉਹ 10ਵੇਂ ਜਾਮੇ ਤੱਕ ਉੱਥੇ ਪ੍ਰੇਮ ਰੰਗਾਂ ਦੀਆਂ ਸਮਾਧੀਆਂ ਵਿੱਚ ਰਿਹਾ, ਤੇ 10ਵੇਂ ਜਾਮੇ ਦੇ ਦਰਸ਼ਨ ਪਾ ਕੇ ਗੁਰ ਸ਼ਰਨ ਸਮਾਇਆ। ਅਸਾਂ ਇਸ ਪਿਛਲੀ ਤੇ ਘੱਟ ਪ੍ਰਚਲਿਤ ਰਵਾਇਤ ਦੀ ਪੈਰਵੀ ਕੀਤੀ ਹੈ। ਬੁੱਢਣ ਸ਼ਾਹ ਦੀ ਉਮਰ ਹਿਸਾਬ ਕੀਤੇ ਪੌਣੇ 200 ਸਾਲ ਦੇ ਲਗਭਗ ਪੁੱਜਦੀ ਆ, ਪਰ ਰਵਾਇਤਾਂ ਤੇ ਸੂਰਜ ਪ੍ਰਕਾਸ਼ ਵਾਲੇ ਸੱਜਣ ਜੀ ਉਹਨਾਂ ਦੀ ਉਮਰ 500 ਬਰਸ ਦੀ ਲਿਖਦੇ ਹਨ। ਇਹ ਵੀ ਰਵਾਇਤ ਹੈ ਕਿ ਫਕੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਪ੍ਰਾਣਾਯਾਮੀ, ਦੂਧਾਧਾਰੀ, ਹੱਠ ਯੋਗ ਦਾ ਪੱਕਾ ਅਭਿਆਸੀ ਸੀ। ਤੋਂ ਬਾਬਾ ਬੁੱਢਣ ਸ਼ਾਹ ਜੀ ਦੇ ਬਾਰੇ ਇਸ ਤਰ੍ਹਾਂ ਦੀਆਂ ਰਵਾਇਤਾਂ, ਇਸ ਤਰ੍ਹਾਂ ਦੀਆਂ ਗੱਲਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ। ਜਾਂ ਉੱਥੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਲੋਕ ਹਨ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਕੋਈ ਕਹਿੰਦੇ ਹਨ ਵੀ ਉਹ 6ਵੇਂ ਗੁਰੂ ਸਾਹਿਬ ਦੇ ਸਮੇਂ ਹੀ ਆਪਣਾ ਸਰੀਰ ਤਿਆਗ ਗਿਆ, ਤੇ ਕੋਈ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਅਸੀਂ ਤੇ ਅਜੇ 10ਵਾਂ ਜਾਮਾ ਵੀ ਧਾਰਨ ਕਰਨਾ ਹੈ। ਤੇ ਫਕੀਰ ਦੇ ਮਨ ਵਿੱਚ ਇਹ ਖਾਹਿਸ਼ ਪੈਦਾ ਹੋਈ ਸੀ, ਫਿਰ ਮੈਂ ਉਹ ਵੀ ਦਰਸ਼ਨ ਕਰਾਂ। ਤੇ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਦਰਸ਼ਨ ਕੀਤੇ। ਤੋਂ ਕਹਿਣ ਦਾ ਭਾਵ ਇਹੀ ਹੈ ਵੀ ਸਾਈਂ ਬੁੱਢਣ ਸ਼ਾਹ ਗੁਰੂ ਦਾ ਪਿਆਰਾ ਸੀ। ਉਹ ਗੁਰੂ ਦੇ ਪਿਆਰ ਰੰਗ ਦੇ ਵਿੱਚ ਰੰਗਿਆ ਸੀ। ਉਹਨੇ ਆਪਣੇ ਸਵਾਸ ਸਫਲੇ ਕੀਤੇ। ਬਾਬਾ ਗੁਰਦਿੱਤਾ ਜੀ ਦੇ ਨਾਲ ਵਿਸਮਾਦ ਦੀ ਅਵਸਥਾ ਦੇ ਬਾਰੇ ਵਿਚਾਰ ਕੀਤੀ। ਟਿਕਿਆ ਹੋਇਆ ਮਨ, ਉਹ ਪਹਿਲਾਂ ਪ੍ਰਾਣਾਯਾਮ ਵੀ ਕਰਦਾ ਸੀ, ਭਾਵ ਆਪਣੇ ਸਵਾਸਾਂ ਨੂੰ ਰੋਕ ਕੇ ਰੱਖਣਾ। ਜਿਹੜੇ ਸਵਾਸਾਂ ਨੂੰ ਰੋਕ ਕੇ ਰੱਖਣ ਵਾਲੇ ਹੁੰਦੇ ਨੇ, ਇਹ ਬਹੁਤ ਲੰਬੀ ਉਮਰ ਵਾਲੇ ਹੋ ਜਾਂਦੇ ਨੇ। ਤੋ ਗੁਰੂ ਕੀਆਂ ਬਾਤਾਂ ਗੁਰੂ ਜਾਣੇ। ਉਹਨਾਂ ਤੋਂ ਬਾਅਦ ਵਿੱਚ ਜਿਵੇਂ ਸੁਣੀਆਂ ਸੁਣਾਈਆਂ, ਉਹਨਾਂ ਤੋਂ ਫਿਰ ਇਲਾਕੇ ਤੋਂ ਜਿਹੜੀਆਂ ਕਥਾ ਸਾਖੀਆਂ ਇਸ ਤਰ੍ਹਾਂ ਬਣਦੀਆਂ ਨੇ, ਜਿਹੜੀਆਂ ਸੰਗਤਾਂ ਵਿਚਾਰਦੀਆਂ ਹਨ। ਤੋ ਅੱਜ ਦੇ ਵਕਤ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਨੂੰ ਅਸੀਂ ਇਹ ਵਿਚਾਰਾਂਗੇ ਵੀ ਜਿਹੜਾ ਗੁਰੂ ਦਾ ਪਿਆਰਾ ਪੈਂਦੇ ਖਾਂ ਸੀ, ਉਹਦਾ ਦਿਲ ਬਦਲ ਗਿਆ,
ਉਹ ਗੁਰੂ ਸਾਹਿਬ ਜੀ ਦਾ ਵਿਰੋਧੀ ਹੋ ਗਿਆ। ਇਹ ਅਸੀਂ ਕਥਾ ਕੱਲ੍ਹ ਨੂੰ ਵਿਚਾਰਾਂਗੇ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।